ਅੱਜ ਸਾਰੀ ਸੰਗਤ ਦੇ ਸਾਹਮਣੇ ਅੱਖਾਂ ਦੇ ਸਾਹਮਣੇ ਜਿਸ ਤਰੀਕੇ ਨਾਲ ਉਹ ਦੇਖਦੇ ਆ ਵੀਡੀਓ ਦੇ ਵਿੱਚ, ਇਹ ਕਰਨਾ ਇੱਕ ਬਹੁਤ ਹੀ ਜਿਵੇਂ ਸਮਝਦੇ ਆ ਇਹਦੇ ਪਿੱਛੇ ਇੱਕ ਸੋਚੀ ਸਾਚੀ ਕੋਈ ਸ਼ਕਤੀ ਹੈ, ਕੋਈ ਤਾਕਤ ਹੈ ਤੇ ਇਹ ਕੋਈ ਬਹੁਤ ਵੱਡੀ ਪਲਾਨ ਹੈ ਸਾਡੇ ਤੇ, ਸਾਡੀ ਸਿੱਖੀ ਤੇ ਹਮਲੇ ਦੀ। ਇਹਦੇ ਵਿੱਚ ਉਹ ਸਿਆਸੀ ਕਰਨ ਵਾਲੇ ਪਾਸੇ ਨੂੰ ਜ਼ਿਆਦਾ ਸੋਚਦੇ ਆ। ਕਿਸੇ ਵੀ ਥਾਂ ਤੇ ਜਾ ਕੇ ਉਹਨਾਂ ਲਈ, ਜਿਵੇਂ ਲਖੀਮਪੁਰ ਦਾ ਹੋਇਆ, ਜਿਵੇਂ ਸਾਡੀਆਂ ਬੀਬੀਆਂ ਔਰਤਾਂ ਤੇ ਦਿੱਲੀ ਦੇ ਵਿੱਚ ਚੜ੍ਹਾਈਆਂ ਗਈਆਂ ਗੱਡੀਆਂ, ਤੇ ਇਸ ਤਰ੍ਹਾਂ ਦੇ ਕਾਂਡ ਵਿੱਚ ਇਹਨਾਂ ਦਾ ਸਿਆਸੀ ਲਾਹਾ ਲੈਣ ਦੀ ਗੱਲ ਪਹਿਲਾਂ ਰਹਿੰਦੀ ਹੈ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਆਪ ਨੂੰ ਹੋ ਕੀ ਗਿਆ, ਉਹ ਕਿਵੇਂ ਬਖਲਾਏ ਫਿਰਦੇ ਨੇ। MLA ਨੂੰ ਜੇ ਖਜ਼ਾਨਾ ਲਟਾਇਆ ਜਾਂਦਾ ਉਹ ਫਾਰ ਵਿਕਾਸ ਦੇ ਕੰਮਾਂ ਲਈ, ਨਿੱਜੀ ਉਹਨਾਂ ਦੀ ਜੇਬਾਂ 'ਚ ਪਾਉਣ ਲਈ ਨਹੀਂ। ਕੀ ਜਿਹੜਾ ਦਿੱਲੀ ਦੇ ਵਿੱਚ ਸਾਰਾ ਕੰਮ ਹੋ ਰਿਹਾ ਹੈ, ਦਿੱਲੀ ਦੀ ਸਰਕਾਰ ਕਰਦੀ ਹੈ, ਉੱਥੇ ਖਜ਼ਾਨੇ ਨੂੰ ਜਿੰਦੇ ਲਾ ਕੇ ਰੱਖੇ ਹੋਏ ਨੇ। ਕਦੇ ਤਾਂ ਇਹ ਚੰਨੀ ਜਿਹੜਾ ਜਾਂਦੇ ਆ ਵੀ ਤ੍ਰਿਤਿਆ ਦੇਖਦੇ ਆ, ਕਦੇ ਕਹਿੰਦੇ ਹਸਪਤਾਲ ਜਾਂਦੇ ਆ। ਤੁਸੀਂ ਆਪਦਾ ਹੀ ਦੇਖਿਓ, ਚੰਨੀ ਦੇਖੀ ਜਾਂਦੇ ਹੋ, ਆਪਦੇ ਦੇਖ ਕੇ ਆਏ ਹੋ। ਇੱਥੇ ਕਦੇ ਕਹਿੰਦੇ ਅਸੀਂ 1-1 ਹਜ਼ਾਰ ਰੁਪਇਆ ਦੇਵਾਂਗੇ ਲੇਡੀਜ਼ ਨੂੰ। ਮੈਨੂੰ ਦਿੱਲੀ ਦੇ ਵਿੱਚ ਕੋਈ ਇੱਕ ਕੇਸ ਦੱਸ ਸਕਦੇ ਆ ਦੂਜੀ ਵਾਰ ਦੀ ਬਣੀ ਸਰਕਾਰ ਕੇਜਰੀਵਾਲ ਜੀ ਦੀ ਕਿਸੇ ਨੂੰ 1 ਹਜ਼ਾਰ ਦਿੱਤਾ ਹੋਵੇ? ਸੁਖਦੇਵ ਸਿੰਘ ਢੀਂਡਸਾ ਚਾਹੇ ਕੈਪਟਨ ਅਮਰਿੰਦਰ ਸਿੰਘ, ਦੋਨੋਂ ਇੱਕੋ ਥੈਲੀ ਦੇ ਚੱਟੇ ਵੱਟੇ ਹੈਗੇ ਆ। ਅਮਰਿੰਦਰ ਢੀਂਡਸਾ ਵੀ ਕਹਿੰਦਾ ਹੈ ਅਸੀਂ ਤਾਂ ਵਾਪਸ ਕਰਤੇ ਸੀਗੇ ਜਿਹੜੇ ਇਹਨਾਂ ਨੂੰ ਅਵਾਰਡ ਦਿੱਤੇ ਸੀਗੇ। ਤੁਸੀਂ ਉਦੋਂ ਵਾਪਸ ਕੀਤੇ ਜਦੋਂ ਮੈਂ ਕਿਹਾ ਵਾਪਸ ਕਰ ਦੇਣੇ ਚਾਹੀਦੇ ਆ, ਕਿਸਾਨ ਮੋਰਚਾ ਮਗਿਆ ਵਾ, ਉਹਨਾਂ ਨੇ ਕਿਸਾਨਾਂ ਦੀ ਗਲ 'ਤੇ ਗੁੱਠਾ ਰੱਖਿਆ ਵਾ। ਅਤੇ ਉਦੋਂ ਢੀਂਡਸਾ ਜੀ ਦਾ ਇੱਕ ਬਿਆਨ ਆਇਆ ਸਾਹਮਣੇ, ਜੀ ਤੋਂ ਮੁੱਕਰ ਨਹੀਂ ਸਕਦੇ ਇਹ, ਕਿ ਜਦੋਂ ਸਾਨੂੰ ਕਿਸਾਨ ਕਹਿਣਗੇ ਵਾਪਸ ਕਰ ਦਿਓ ਅਸੀਂ ਵਾਪਸ ਕਰਾਂਗੇ। ਕਿਸਾਨਾਂ ਤੁਹਾਨੂੰ ਕਿਹਾ ਸੀ ਵੀ ਲੈਣ ਜਾਓ। BJP ਵਾਲਿਆਂ ਦੇ ਨਾਲ ਬਹੁਤ ਪੁਰਾਣੇ ਇਹਨਾਂ ਦੀ ਗੱਲਬਾਤ ਚੱਲ ਰਹੀ ਸੀ। ਉਹਨਾਂ ਦੀ ਸ਼ਹਿ 'ਤੇ ਇਹਨਾਂ ਨੇ ਉਹਨਾਂ ਨੂੰ ਕਿਹਾ ਗਿਆ ਕਿ SGPC ਤੁਹਾਨੂੰ ਦੇਵਾਂਗੇ, ਹੋਰ ਬਹੁਤ ਸਾਰੇ ਲਾਲਚ ਦਿੱਤੇ ਗਏ। ਉਹਨਾਂ ਲਾਲਚਾਂ 'ਚ ਆ ਕੇ ਇਹਨਾਂ ਨੇ ਉਸ ਵਕਤ BJP ਦਾ ਅੰਦਰੋਂ ਗਤੀ ਸਾਰਾ ਹੱਥ ਫੜਿਆ ਹੋਇਆ ਸੀਗਾ। ਜਿਹੜਾ ਬੰਦਾ, ਜਿਹੜੀ ਪਾਰਟੀ, ਚਾਹੇ ਸੁਖਦੇਵ ਢੀਂਡਸਾ ਕੋਈ ਹੈਗਾ, ਜੋ ਅੱਜ BJP ਨਾਲ ਹੱਥ ਮਿਲਾਉਂਦਾ ਜਾ ਕੇ, ਉਹ ਪੰਜਾਬ ਦਾ ਅਤੇ ਪੰਜਾਬ ਦੇ ਸਾਰੇ ਸਾਡੇ ਕਿਸਾਨਾਂ ਦਾ, ਇਸ ਅੰਦੋਲਨ ਦਾ ਪੱਕਾ ਦੁਸ਼ਮਣ ਹੈ। ਚਲੋ ਚੜੂਨੀ ਇੰਡੀਪੈਂਡੈਂਟ ਕੋਈ ਬੰਦਾ ਬਣਾਉਂਦਾ ਨਾ ਬਣਾਵੇ, ਜਿਹੜੇ ਸਿਆਸੀ ਜਿਹੜੇ ਆਪਣੇ ਨੂੰ ਘਾਹ ਕਹਾਉਂਦੇ ਨੇ, ਜਿਹੜੇ ਸਮਝਦੇ ਆ ਕਿ ਅਸੀਂ ਸਾਰਾ ਕੁਛ ਜਾਣਦੇ ਹਾਂ ਪਾਰਟੀਆਂ 'ਚ, ਉਹਨਾਂ ਲੋਕਾਂ ਦਾ ਕੁਛ ਨਾ ਕੁਛ ਮਨਸ਼ਾ ਹੋਰ ਹੁੰਦਾ ਹੈਗਾ। ਜਿਵੇਂ ਹੁਣ ਇਹਨਾਂ ਨੇ ਬਣਾਇਆ ਸਾਰਾ ਅਕਾਲੀ ਦਲ ਪਹਿਲਾਂ ਤੋਂ ਖਤਮ ਕਰਤਾ ਜ਼ਿਲ੍ਹੇ 'ਚੋਂ ਆਪਦੇ ਬੇਟੇ ਦੀ ਸੀਟ ਬਚਾਉਣ ਲਈ। ਹੁਣ ਜਿਹੜਾ ਹੈਗਾ ਸੰਯੁਕਤ ਅਕਾਲੀ ਦਲ ਬਣਾ ਕੇ, ਤਾਂ ਕਿ ਅਸੀਂ ਲੋਕਾਂ ਨੂੰ ਫਿਰ ਧੋਖੇ 'ਚ ਰੱਖੀਏ ਕਿ ਸਾਡੇ ਨਾਲ ਤਾਂ ਬਹੁਤ ਹੈ। ਇਹ ਬਹੁਤ ਹੀ ਅਤਿਅੰਤ ਮੰਦਭਾਗੀ ਘਟਨਾ, ਦਿਲ ਦਿਖਾਊ, ਔਰ ਜਿਹਨੂੰ ਆਪਾਂ ਨਿੰਦਿਆ ਤਾਂ ਇਹਦੇ ਵਾਸਤੇ ਲਫ਼ਜ਼ ਬਹੁਤ ਛੋਟਾ ਹੈਗਾ। ਅਤੇ ਘਾਤਕ ਜਿਹੜਾ ਹੈਗਾ ਨਾ ਇਹ ਇੰਸੀਡੈਂਟ ਵਾਪਰਿਆ, ਜਿਹਦੇ ਸਾਡੇ ਤੇ ਦਿਲ ਦੀਆਂ ਗਹਿਰਾਈਆਂ ਤੋਂ ਦੁੱਖ ਤਾਂ ਪ੍ਰਗਟ ਕਰਦੇ ਹਾਂ, ਪਰ ਇਹੋ ਜਿਹੀਆਂ ਘਟਨਾਵਾਂ ਦਾ ਵਾਰ-ਵਾਰ ਔਰ ਖ਼ਾਸ ਤੌਰ 'ਤੇ ਜਦੋਂ ਹੁਣ ਇਲੈਕਸ਼ਨ ਮੋਡ 'ਤੇ ਹੈ, ਉਸ ਵਕਤ ਵਾਪਰਨਾ, ਔਰ ਉਹ ਵੀ ਖੁਦ ਉਸ ਵਕਤ ਜੋ ਸਾਰੀ ਸੰਗਤ ਉੱਥੇ ਹੈ। ਕਈ ਵਾਰੀ ਹੁੰਦਾ ਹੈ ਕਿ ਕਿਸੇ ਨੇ ਅਪਮਾਨ ਕੀਤਾ, ਕੋਈ ਹੈ ਨਹੀਂ ਸੀ, ਕੋਈ ਗੁਰੂ ਗ੍ਰੰਥ ਸਾਹਿਬ ਦੇ ਪਾਸੇ ਲੈ ਗਿਆ ਜਾਂ ਉੱਥੇ ਲੈ ਗਿਆ। ਅੱਜ ਸਾਰੀ ਸੰਗਤ ਦੇ ਸਾਹਮਣੇ, ਅੱਖਾਂ ਦੇ ਸਾਹਮਣੇ ਜਿਸ ਤਰੀਕੇ ਨਾਲ ਉਹ ਦੇਖਦੇ ਆ ਵੀਡੀਓ ਦੇ ਵਿੱਚ, ਇਹ ਕਰਨਾ ਇੱਕ ਬਹੁਤ ਹੀ ਜਿਵੇਂ ਸਮਝਦੇ ਆ ਇਹਦੇ ਪਿੱਛੇ ਇੱਕ ਸੋਚੀ ਸਾਚੀ ਕੋਈ ਸ਼ਕਤੀ ਹੈ, ਕੋਈ ਤਾਕਤ ਹੈ ਤੇ ਇਹ ਕੋਈ ਬਹੁਤ ਵੱਡੀ ਪਲਾਨ ਹੈ ਸਾਡੇ ਤੇ, ਸਾਡੀ ਸਿੱਖੀ ਤੇ ਹਮਲੇ ਦੀ। ਇਹਦੀ ਨਿੰਦਿਆ ਅਤਿਅੰਤ ਕਰਦੇ ਹੋਏ ਇਹਦੀ ਢੰਗਾਣ ਤੱਕ ਜਾਣਾ ਚਾਹੀਦਾ, ਕੌਣ ਕਿੱਥੋਂ ਕਿਵੇਂ ਕਰਾ ਰਿਹਾ ਹੈ। ਵੀ ਚਾਹੀਦਾ ਨਹੀਂ ਕਿ ਸੈਂਟਰ ਗਵਰਨਮੈਂਟ ਵੀ ਇਸ ਵਾਸਤੇ ਕੋਈ ਏਜੰਸੀਆਂ ਲਾਵੇ ਜਾਂ ਜਾਂਚ। ਦੇਖੋ ਜਿਹੜੀਆਂ ਸੈਂਟਰ ਏਜੰਸੀਆਂ ਹੈਗੀਆਂ, ਸਾਨੂੰ ਇਹਨਾਂ 'ਤੇ ਇਸ ਕਰਕੇ ਵਾਲਾ ਵਿਸ਼ਵਾਸ ਹੈ ਨਹੀਂ ਗਾ ਕਿ ਇਹਨਾਂ ਦੇ ਸਮੇਂ ਦੇ ਵਿੱਚ ਵੀ ਇੱਕ ਦਿੱਲੀ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਇੰਸੀਡੈਂਟ ਉਹ ਨਿਹੰਗ ਸਿੰਘਾਂ ਦਾ ਜੋ ਸਾਹਮਣੇ ਆਉਂਦਾ ਸੀ ਉਹ ਹੋਇਆ, ਜਾਂ ਕਈ ਇਹੋ ਜਿਹੀਆਂ ਹੋਰ ਚੀਜ਼ਾਂ। ਲੇਕਿਨ ਇਹਦੇ ਵਿੱਚ ਉਹ ਸਿਆਸੀ ਕਰਨ ਵਾਲੇ ਪਾਸੇ ਨੂੰ ਜ਼ਿਆਦਾ ਸੋਚਦੇ ਆ। ਕਿਸੇ ਵੀ ਥਾਂ 'ਤੇ ਜਾ ਕੇ ਉਹਨਾਂ ਲਈ, ਜਿਵੇਂ ਲਖੀਮਪੁਰ ਦਾ ਹੋਇਆ, ਜਿਵੇਂ ਸਾਡੀਆਂ ਬੀਬੀਆਂ ਔਰਤਾਂ ਤੇ ਦਿੱਲੀ ਦੇ ਵਿੱਚ ਚੜ੍ਹਾਈਆਂ ਗਈਆਂ ਗੱਡੀਆਂ, ਅਤੇ ਇਸ ਤਰ੍ਹਾਂ ਦੇ ਕਾਂਡ ਵਿੱਚ ਇਹਨਾਂ ਦਾ ਸਿਆਸੀ ਲਾਹਾ ਲੈਣ ਦੀ ਗੱਲ ਪਹਿਲਾਂ ਰਹਿੰਦੀ ਹੈ। ਹਰ ਹਾਲਤ ਵਿੱਚ ਕਰਾਉਣਾ ਚਾਹੀਦਾ। ਕਿਤੇ ਕੋਈ ਸਾਡੇ ਦੁਸ਼ਮਣ ਮੁਲਕਾਂ ਨੂੰ ਕਿਸੇ ਕਿਹਦੇ ਰਾਹੀਂ ਕਿੱਥੇ ਤੱਕ ਇਸ ਤਰ੍ਹਾਂ ਪਹੁੰਚ ਕੀਤੀ ਹੈ, ਕਿਉਂਕਿ ਅਸੀਂ ਪੰਜਾਬ ਨੇ ਬਹੁਤ ਵੱਡਾ ਦਿਖਾਂਤ ਕੱਟਿਆ, ਬੜੀ ਮੁਸ਼ਕਿਲ ਦੇ ਨਾਲ ਅਸੀਂ ਉਸ ਦਿਖਾਂਤ 'ਚੋਂ ਨਿਕਲ ਕੇ ਪੰਜਾਬ ਨੂੰ ਹੱਸਦਾ ਬਸਦਾ ਬਣਾਇਆ। ਅਤੇ ਇਹਦੇ ਪਿੱਛੇ ਕੋਈ ਐਸੀ ਡਰਾਉਣੀ ਕਹਾਣੀ ਸਾਨੂੰ ਜਿਹੜੀ ਨਜ਼ਰ ਆਉਂਦੀ ਹੈ, ਉਹ ਤਾਂ ਜ਼ਰੂਰ ਇਹਨਾਂ ਨੂੰ ਵੀ ਕਰਾਉਣਾ ਚਾਹੀਦਾ। ਮੈਂ ਤਾਂ ਕਹਿੰਦਾ ਇੰਟਰਨੈਸ਼ਨਲ ਏਜੰਸੀਆਂ ਨੂੰ ਵੀ ਕਰਾਉਣਾ ਚਾਹੀਦਾ ਹੈਗਾ। ਬੀਬੀ ਜੀ, ਇੱਕ ਆਮ ਆਦਮੀ ਪਾਰਟੀ ਦੇ
ਅਮਰਿੰਦਰਪਾਲ ਸਿੰਘ ਚੀਮਾ ਨੇ ਕਿਹਾ ਵੀ ਪੰਜਾਬ ਸਰਕਾਰ ਵਿਧਾਇਕਾਂ ਨੂੰ ਜਿਹੜੇ ਖਜ਼ਾਨਾ ਲੁਟਾਇਆ ਜਾ ਰਿਹਾ ਅੰਨੇਵਾਹ ਜਿਹੜਾ ਖਜ਼ਾਨਾ ਦਿੱਤਾ ਜਾ ਰਿਹਾ ਕਿਵੇਂ ਦੇਖਦੇ? ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਆਪ ਨੂੰ ਹੋ ਕੀ ਗਿਆ। ਉਹ ਕਿਵੇਂ ਬਖਲਾਏ ਫਿਰਦੇ ਨੇ। ਐਮਐਲਏ ਨੂੰ ਜੇ ਖਜ਼ਾਨਾ ਲਟਾਇਆ ਜਾਂਦਾ ਉਹ ਫਾਰ ਵਿਕਾਸ ਦੇ ਕੰਮਾਂ ਲਈ, ਨਿੱਜੀ ਉਹਨਾਂ ਦੀ ਜੇਬਾਂ 'ਚ ਪਾਉਣ ਲਈ ਨਹੀਂ। ਕੀ ਜਿਹੜਾ ਦਿੱਲੀ ਦੇ ਵਿੱਚ ਸਾਰਾ ਕੰਮ ਹੋ ਰਿਹਾ ਹੈ, ਦਿੱਲੀ ਦੀ ਸਰਕਾਰ ਕਰਦੀ ਹੈ, ਉੱਥੇ ਖਜ਼ਾਨੇ ਨੂੰ ਜਿੰਦੇ ਲਾ ਕੇ ਰੱਖੇ ਹੋਏ ਨੇ। ਉਹ ਖਜ਼ਾਨਾ ਸਾਰਾ ਉੱਥੇ ਦਾ ਖਰਚਣਾ ਹੀ ਹੈ। ਇੱਥੇ ਕੇਜਰੀਵਾਲ ਜੀ ਦੀ, ਇਹਨਾਂ ਦੀ ਪਾਰਟੀ ਦਾ ਜਿਹੜੇ ਪ੍ਰਧਾਨ CMP ਹੈਗੇ ਨੇ, ਆਲ ਇੰਡੀਆ ਦੇ ਨੈਸ਼ਨਲ ਪ੍ਰਧਾਨ ਵੀ ਕਹਾਉਂਦੇ ਆ, ਉਹਨਾਂ ਨੇ ਤਾਂ ਅੱਗੇ ਪਿਛਲੀਆਂ ਤੋਂ ਪਿਛਲੀਆਂ ਪਾਰਲੀਮੈਂਟ ਦੇ ਵਿੱਚ 15-20 ਸਟੇਟਾਂ ਵਿੱਚ ਆਪਦੀ ਪਬਲਿਸਿਟੀ ਕੀਤੀ ਸੀਗੀ। ਸਾਡੇ ਪੰਜਾਬ ਦੇ ਵਿੱਚ ਵੀ ਦਿੱਲੀ ਦੇ ਕੰਮਾਂ ਦੀ ਪਬਲਿਸਿਟੀ ਇੱਥੇ ਕਰਕੇ ਦਿਖਾ ਰਹੇ ਸੀ। ਉਹ ਹੁੰਦਾ ਹੈ ਆਪਦੀ ਸਰਕਾਰ ਦੇ ਪੈਸੇ ਦੇ ਉੱਪਰ ਆਪਦੀ ਪਬਲਿਸਿਟੀ ਕਰਾਉਣੀ, ਉਹ ਸਰਕਾਰ ਨਾਲ ਖਜ਼ਾਨਾ ਲਟਾਉਣਾ ਹੁੰਦਾ ਹੈ। ਇਹ ਸਾਰੇ ਲੋਕਾਂ ਦੇ ਵਿਕਾਸ ਦੇ ਕੰਮਾਂ 'ਤੇ ਲਾਉਣਾ, ਇਹਨੂੰ ਜਿਹੜਾ ਇਹਨਾਂ ਨੇ ਕਿਹਾ ਹੈ ਕਿ ਲਟਾਇਆ ਜਾ ਰਿਹਾ ਹੈ ਲੋਕਾਂ ਦੇ ਕੰਮਾਂ ਦਾ, ਮੈਂ ਕਹਿੰਦਾ ਲੋਕਾਂ ਦੀ ਤੋਹੀਨ ਕੀਤੀ ਹੈ। ਲੋਕਾਂ ਦੇ ਵਿਕਾਸ ਦੇ ਕੰਮ ਦਾ ਕਰਨਾ ਹੀ ਇੱਕ ਸਰਕਾਰ ਦਾ ਕੰਮ ਹੁੰਦਾ ਹੈ। ਉਸ 'ਤੇ ਸਗੋਂ ਇੱਕ ਗੱਲ ਤੇ ਮੰਨ ਗਏ ਨਾ ਕਿ ਅਸੀਂ ਬਿਲਕੁਲ ਖਜ਼ਾਨੇ ਦਾ ਸਾਰਾ ਕੁਝ ਜਿਹੜਾ ਹੈਗਾ ਲੋਕਾਂ ਦੇ ਵਿਕਾਸ ਦੇ, ਗਰੀਬਾਂ ਦੇ, ਸਾਰੇ ਵਰਗਾਂ ਦੇ ਲੋਕਾਂ ਦੇ ਵਾਸਤੇ ਅਸੀਂ ਦੋਏ ਹੱਥੀਂ ਲੱਗੇ ਹੈ। ਤੇ ਚੰਨੀ ਜੀ ਲੱਗੇ ਹੈਗੇ ਨੇ ਕਿਸ ਤਰੀਕੇ ਨਾਲ, ਜਿਨ੍ਹਾਂ ਦੇ ਐਡੇ ਬਿੱਲ ਆਉਂਦੇ ਸੀਗੇ ਉਹ ਅੱਜ ਸਾਰਿਆਂ ਨੂੰ ਖਤਮ ਕੀਤਾ ਹੈ। ਪਾਣੀਆਂ ਦੇ ਫੈਸਲੇ, ਕਿੰਨੇ ਫੈਸਲੇ ਲੈ ਲੋਕ ਖਿੱਚਦੇ, ਉਹਨੂੰ ਲਟਾਉਣਾ ਕਹਿੰਦੇ ਆ। ਪਰ ਦਿੱਲੀ ਦੇ ਮੰਤਰੀ ਇੱਥੇ ਆ ਕੇ ਕਹਿ ਰਹੇ ਆ ਵੀ ਸਿਹਤ ਸਹੂਲਤਾਂ ਜਾਂਦੇ, ਜਿਵੇਂ ਸਕੂਲਾਂ 'ਚ ਜਾਂਦੇ ਆ ਜਾਂ ਹਸਪਤਾਲਾਂ 'ਚ ਜਾਂਦੇ ਆ, ਵੀ ਇੱਥੇ ਕੋਈ ਸਹੂਲਤ ਨਹੀਂ ਹੈਗੀ। ਕੱਲ ਵੀ ਆਏ ਨੇ ਜਿਹੜੇ ਉੱਥੇ ਦੇ ਮੈਂ ਇਹੀ ਕਹਿੰਦੀ ਹਾਂ ਵੀ ਕਿੰਨੇ ਛੋਟੇ ਲੈਵਲ ਤੇ ਆ ਗਏ ਹੈ ਘਬਰਾ ਕੇ। ਇਹ ਕਦੇ ਤਾਂ ਇਹ ਚੰਨੀ ਜਿਹੜਾ ਜਾਂਦੇ ਆ ਵੀ ਤਰੁੱਤਿਆ ਦੇਖਦੇ ਆ, ਕਦੇ ਕਹਿੰਦੇ ਹਸਪਤਾਲ ਜਾਂਦੇ ਆ। ਤੁਸੀਂ ਆਪਦਾ ਹੀ ਦੇਖਿਓ, ਚੰਨੀ ਦੇ ਕੀ ਜਾਂਦੇ ਹੋ, ਆਪਦੇ ਦੇਖ ਕੇ ਆਏ ਹੋ। ਇੱਥੇ ਕਦੇ ਕਹਿੰਦੇ ਅਸੀਂ 1-1 ਹਜ਼ਾਰ ਰੁਪਇਆ ਦੇਵਾਂਗੇ ਲੇਡੀਜ਼ ਨੂੰ। ਮੈਨੂੰ ਦਿੱਲੀ ਦੇ ਵਿੱਚ ਕੋਈ ਇੱਕ ਕੇਸ ਦੱਸ ਸਕਦੇ ਆ ਦੂਜੀ ਵਾਰ ਦੀ ਬਣੀ ਸਰਕਾਰ ਕੇਜਰੀਵਾਲ ਜੀ ਦੀ ਕਿਸੇ ਨੂੰ 1 ਹਜ਼ਾਰ ਦਿੱਤਾ ਹੋਵੇ? ਔਰ ਇੱਥੋਂ ਤੱਕ ਕਿ ਜਿੱਥੇ ਔਰਤਾਂ ਨੇ ਇੰਨੀ ਹਮਦਰਦੀ ਦਿਖਾਉਂਦੇ ਆ, ਆਪਦੀ ਦਿੱਲੀ ਦੀ ਕੈਬਨਿਟ 'ਚ ਇੱਕ ਔਰਤ ਨੂੰ ਵੀ ਵਜ਼ਾਰਤ ਵਿੱਚ ਨਹੀਂ ਰੱਖਿਆ। ਇਹ ਇੱਥੇ ਆ ਕੇ ਸਿੱਖਾਂ ਦੇ ਹਮਦਰਦ, ਸਿੱਖ ਚਿਹਰਾ ਦੇਵਾਂਗੇ, ਪੰਜਾਬ ਦਾ ਚਿਹਰਾ ਦੇਵਾਂਗੇ, ਇੱਕ ਸਿੱਖ ਉੱਤੇ ਮੰਤਰੀ ਨਹੀਂ ਬਣਾਇਆ ਹੋਇਆ। ਇਸ ਲਈ ਪੰਜਾਬੀਆਂ ਦੇ, ਸਿੱਖੀ ਦੇ, ਸਭ ਦੇ ਇਹ ਜਿਵੇਂ ਸਮਝਦੇ ਹੈਗੇ ਆ ਕਿ ਇਹਨਾਂ ਦੇ ਮਨ 'ਚ ਹੈ ਨਹੀਂ ਹਮਦਰਦੀ। ਔਰ ਇਹ ਝੂਠੀਆਂ ਤੇ ਛੋਟੀਆਂ ਗੱਲਾਂ 'ਚ ਕਦੇ ਉਸ ਹਲਕੇ 'ਚ ਵੜ ਜਾਓ, ਉਸ ਹਲਕੇ 'ਚ ਵੜ ਜਾਓ, ਉਹ ਤਾਂ ਦਿੱਲੀ ਸਮਝਦੀ ਨਹੀਂ। ਕਿੰਨੇ ਮਰੀਜ਼, ਕਿੰਨੇ ਹਸਪੀਟਲ ਤੁਹਾਡੇ ਕੋਲ ਹੈ ਨਹੀਂ, ਦਵਾਈਆਂ ਹੈ ਨਹੀਂ ਸੀਗੀਆਂ, ਤੁਸੀਂ ਉੱਥੇ ਬਿਲਕੁਲ ਫੇਲ ਹੋ ਚੁੱਕੇ ਹੋ। ਤੇ ਹੁਣ ਪੰਜਾਬ ਦੇ ਵਿੱਚ ਬਾਏ ਪ੍ਰੋਕਸੀ ਆਉਣਾ ਚਾਹੁੰਦੇ, ਜਿੱਥੇ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਤੁਹਾਨੂੰ ਸ਼ੀਸ਼ਾ ਦਿਖਾਤਾ ਕਿ ਤੁਹਾਡੇ 20 MLA ਆਏ ਸੀ, 10 ਭੱਜ ਗਏ, ਤੁਹਾਡੇ 'ਚ ਰਹਿਣ ਲਈ ਤਿਆਰ ਨਹੀਂ। ਤੇ ਤੁਸੀਂ ਗਰੰਟੀਆਂ ਦਿੰਦੇ ਫਿਰਦੇ ਹੋ, ਤੁਹਾਨੂੰ ਆਪਦੀ MLA ਦੀ ਗਰੰਟੀ ਨਹੀਂ ਕਿ ਤੁਹਾਡੇ ਨਾਲ ਕਿੰਨੇ ਰਹਿੰਦੇ ਆ। ਇਸ ਕਰਕੇ ਇਹ ਬੜੇ ਹੋਛੇ ਹੱਥ ਕੰਡੇ ਆ। ਕੈਪਟਨ ਅਮਰਿੰਦਰ ਸਿੰਘ ਭਾਜਪਾ 'ਚ ਗੱਠਜੋੜ ਕਰ ਲਿਆ ਉਹਨਾਂ ਨੇ, ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਦੇ ਵਿੱਚ ਵੀ 4.5 ਸਾਲ ਰਹੇ ਨੇ ਪਰ ਕੰਮ। ਦੇਖੋ ਇਹ ਜਿਹੜੀ ਗਏ ਹੈਗੇ ਆ, ਇਸੇ ਕਰਕੇ ਪਹਿਲਾਂ ਪਾਰਟੀ ਵਿੱਚ ਸੀ ਮੈਂ, ਪਾਰਟੀ ਵਿੱਚ ਅੰਦਰ ਗਤੀ ਜੋ ਉਹਨਾਂ ਨੂੰ ਮਰਜ਼ੀ ਕਹਿੰਦੀ ਸੀ, ਲੇਕਿਨ ਬਾਹਰ ਨਹੀਂ ਸੀ ਬੋਲਦੀ ਕਿਉਂਕਿ ਸਾਡੀ ਪਾਰਟੀ ਦੇ ਸੀ ਉਹ। ਲੇਕਿਨ ਅੱਜ ਉਹ ਪਾਰਟੀ ਛੱਡ ਕੇ ਚਲੇ ਗਏ ਨੇ। ਜਿਹੜੀ ਸਭ ਤੋਂ ਮਾੜੀ ਗੱਲ ਮੈਂ ਸਮਝਦੀ ਹਾਂ ਕਿ ਇਹ ਇੱਕ ਬਟਰੇਲ ਹੈ, ਇੱਕ ਇਹ ਧੋਖਾ ਹੈ, ਇੱਕ ਇਹ ਪਿੱਠੇ 'ਚ ਛੁਰਾ ਮਾਰਿਆ ਉਸ ਕਾਂਗਰਸ ਪਾਰਟੀ ਤੋਂ ਜਿਹਨੇ ਇਹਨਾਂ ਨੂੰ ਲਗਾਤਾਰ ਸਾਰੇ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਵੱਧ ਪਾਰਟੀ ਦੀ ਚੌਧਰ ਦਿੱਤੀ ਤੇ ਸਰਕਾਰ ਦੀ ਚੌਧਰ ਦਿੱਤੀ। ਤੇ ਅੱਜ ਜਦੋਂ ਖੁਦ ਕਹਿੰਦੇ ਸੀ ਕਿ ਮੈਂ ਆਹੀ ਇਲੈਕਸ਼ਨ ਹੈ, ਲਾਸਟ 3 ਮਹੀਨੇ ਰਹਿ ਗਏ, ਕੋਈ ਚੇਂਜ ਕੀਤੀ ਹੈ, ਇਹਨਾਂ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਸੀ। ਉੱਥੇ ਨਾਲ ਖੜ ਕੇ ਆਪਣਾ ਫੈਸਲਾ ਪ੍ਰਵਾਨ ਕਰਨਾ ਚਾਹੀਦਾ ਸੀ। ਜਿਵੇਂ ਮੈਨੂੰ ਕਈ ਵਾਰੀ ਜਦੋਂ ਕੀਤਾ ਜਾਖੜ ਨੂੰ ਬਣਾਇਆ, ਮੈਂ ਫੈਸਲਾ ਪ੍ਰਵਾਨ ਕੀਤਾ, ਮੇਰੀ ਪਾਰਟੀ ਦੀ ਜ਼ਰੂਰਤ ਹੈ ਚੇਂਜ ਦੀ। ਹਾਂਜੀ, ਕੁਰਸੀ ਦੀ ਲਾਲਚ ਨੂੰ ਲੈ ਕੇ ਬਿਲਕੁਲ ਇਹਨਾਂ ਨੇ ਕੁਰਸੀ ਦੀ ਲਾਲਚ ਦਾ ਡਰ ਹੈ। ਇੱਥੇ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ। ਇੱਕ ਦੋ ਪਰਿਵਾਰ ਜਾਂ ਇੱਕ ਦੋ ਪਾਰਟੀਆਂ ਦੇ ਗਰੁੱਪ ਜਿਹੜੇ ਹੈਗੇ ਨੇ, ਜਿਹੜੇ ਰਲ ਰਹੇ ਨੇ, ਉਹ ਇਹਦੇ ਵਿੱਚ ਇਸੇ ਤਰ੍ਹਾਂ ਨਾਲ ਹੀ ਹੈਗੇ ਹੈ ਕਿ ਇਹਨਾਂ ਨੂੰ ਇਹੀ ਡਰ ਪਿਆ ਹੋਇਆ ਹੈ ਕਿ ਅਸੀਂ ਜਿਹੜੇ ਹੈਗੇ ਆ, ਸਾਡੇ ਤੇ ਆ ਜਿਵੇਂ ਨਾ ਟ੍ਰੇਲਰ ਦਿਖਾਇਆ ਉਹਨਾਂ ਨੇ ਸੁਖਪਾਲ ਖਹਿਰੇ ਦਾ ਦਿੱਲੀ ਵਾਲਿਆਂ ਨੇ, ਉਹ ਘਸੁੰਨ ਨਾਲ ਵੀ ਜਾਂਦੇ ਆ ਤੇ ਉਹ ਲਾਲਚ ਨਾਲ ਵੀ ਲੈ ਕੇ ਜਾਂਦੇ ਆ। ਕਿਹੜਾ ਘਸੁੰਨ ਨਾਲ ਗਿਆ, ਕਿਹੜਾ ਲਾਲਚ ਨਾਲ ਗਿਆ, ਇਹ ਤਾਂ ਸਮਾਂ ਹੀ ਦੱਸੂਗਾ ਆ ਕੇ। ਤੇ ਲੇਕਿਨ ਮੈਂ ਸਮਝਦੀ ਹਾਂ ਕਿ ਇਹ ਬਹੁਤ ਮਾੜੀ ਗੱਲ ਕੀਤੀ ਹੈ, ਬਹੁਤ ਧੋਖਾ ਕੀਤਾ ਲੋਕਾਂ ਨਾਲ, ਪੰਜਾਬ ਦੇ ਨਾਲ, ਜਿਨ੍ਹਾਂ ਨੇ ਇੰਨੀਆਂ ਵੋਟਾਂ ਪਾ ਕੇ, ਅਜੇ ਤਾਂ ਸਰਕਾਰ ਉਹੀ ਖੜੀ ਹੈ ਜਿਹਦੇ ਵਿੱਚ ਇਹਨਾਂ ਨੂੰ ਵੋਟਾਂ ਪਾਈਆਂ ਸੀਆਂ, ਉਹਦੇ ਨਾਲ ਇਹਨਾਂ ਨੇ, ਮੈਂ ਸਮਝਦਾ, ਉਹਦਾ ਅਪਮਾਨ ਕੀਤਾ ਹੈ। ਸੁਖਦੇਵ ਸਿੰਘ ਢੀਂਡਸਾ ਚਾਹੇ ਕੈਪਟਨ ਅਮਰਿੰਦਰ ਸਿੰਘ, ਦੋਨੋਂ ਇੱਕੋ ਥੈਲੀ ਦੇ ਚੱਟੇ ਵੱਟੇ ਹੈਗੇ ਆ। ਮੈਂ ਤਾਂ ਬਹੁਤ ਪਹਿਲਾਂ ਤੋਂ ਕਹਿੰਦੀ ਆਉਂਦੀ ਸੀ, ਮੈਨੂੰ ਪਹਿਲਾਂ ਹੀ ਪਤਾ ਸੀਗਾ। ਜਿਸ ਦਿਨ ਇਹਨਾਂ ਨੇ ਜਿਵੇਂ ਬਾਰ-ਬਾਰ ਉਹ ਕਹਿੰਦੇ ਆ ਜੀ, ਪਰਮਿੰਦਰ ਢੀਂਡਸਾ ਵੀ ਕਹਿੰਦਾ ਅਸੀਂ ਤਾਂ ਵਾਪਸ ਕਰਤੇ ਸੀਗੇ ਜਿਹੜੇ ਇਹਨਾਂ ਨੂੰ ਅਵਾਰਡ ਦਿੱਤੇ ਸੀਗੇ। ਤੁਸੀਂ ਉਦੋਂ ਵਾਪਸ ਕੀਤੇ ਆ ਜਦੋਂ ਮੈਂ ਕਿਹਾ ਵਾਪਸ ਕਰ ਦੇਣੇ ਚਾਹੀਦੇ ਆ, ਕਿਸਾਨ ਮੋਰਚਾ ਮਗਿਆ ਵਾ, ਉਹਨਾਂ ਨੇ ਕਿਸਾਨਾਂ ਦੇ ਗਲ 'ਤੇ ਅੰਗੂਠਾ ਰੱਖਿਆ ਵਾ। ਤੇ ਉਦੋਂ ਢੀਂਡਸਾ ਜੀ ਦਾ ਇੱਕ ਬਿਆਨ ਆਇਆ ਸਾਹਮਣੇ, ਜੀ ਤੋਂ ਮੁੱਕਰ ਨਹੀਂ ਸਕਦੇ ਇਹ, ਕਿ ਜਦੋਂ ਸਾਨੂੰ ਕਿਸਾਨ ਕਹਿਣਗੇ ਵਾਪਸ ਕਰ ਦਿਓ, ਅਸੀਂ ਵਾਪਸ ਕਰਾਂਗੇ। ਕਿਸਾਨਾਂ ਤੁਹਾਨੂੰ ਕਿਹਾ ਸੀ ਵੀ ਲੈਣ ਜਾਓ। ਨੰਬਰ 1, ਉਦੋਂ ਤੋਂ ਇਹਨਾਂ ਦੀ ਖਿਚੜੀ ਅੰਦਰ ਖਾਤੇ ਪੱਕ ਰਹੇ ਸੀ। BJP ਵਾਲਿਆਂ ਦੇ ਨਾਲ ਬਹੁਤ ਪੁਰਾਣੇ ਇਹਨਾਂ ਦੀ ਗੱਲਬਾਤ ਚੱਲ ਰਹੀ ਸੀ। ਉਹਨਾਂ ਦੀ ਸ਼ਹਿ 'ਤੇ ਇਹਨਾਂ ਨੇ
ਉਹਨਾਂ ਨੂੰ ਕਿਹਾ ਗਿਆ ਕਿ ਐਸਜੀਪੀਸੀ ਤੁਹਾਨੂੰ ਦੇਵਾਂਗੇ, ਹੋਰ ਬਹੁਤ ਸਾਰੇ ਲਾਲਚ ਦਿੱਤੇ ਗਏ। ਉਹਨਾਂ ਲਾਲਚਾਂ 'ਚ ਆ ਕੇ ਇਹਨਾਂ ਨੇ ਉਸ ਵਕਤ ਬੀਜੇਪੀ ਦਾ ਅੰਦਰੋਂ ਗਤੀ ਸਾਰਾ ਹੱਥ ਫੜਿਆ ਹੋਇਆ ਸੀਗਾ ਤੇ ਅੱਜ ਤਾਂ ਸਪਸ਼ਟ ਹੋ ਗਿਆ ਸਾਰਾ ਕੁਝ। ਔਰ ਅੱਜ ਪੰਜਾਬ ਦੇ ਲੋਕ ਦੇਖਦੇ ਆ ਕਿ ਜਿਹੜੇ ਇਹ ਕਦੇ ਕਿਸਾਨਾਂ ਦੀ ਗੱਲ ਕਰਦੇ ਸੀ, ਕਦੇ ਪੰਜਾਬ ਦੀ ਗੱਲ ਕਰਦੇ ਸੀ, ਜਿਹੜਾ ਬੰਦਾ ਜਿਹੜੀ ਪਾਰਟੀ ਚਾਹੇ ਸੁਖਦੇਵ ਢੀਂਡਸਾ ਕੋਈ ਹੈਗਾ, ਜੋ ਅੱਜ ਬੀਜੇਪੀ ਨਾਲ ਹੱਥ ਮਿਲਾਉਂਦਾ ਜਾ ਕੇ, ਉਹ ਪੰਜਾਬ ਦਾ ਤੇ ਪੰਜਾਬ ਦੇ ਸਾਰੇ ਸਾਡੇ ਕਿਸਾਨਾਂ ਦਾ ਇਸ ਅੰਦੋਲਨ ਦਾ ਪੱਕਾ ਦੁਸ਼ਮਣ ਹੈ। ਪੰਜਾਬ ਦੇ ਲੋਕ ਉਹਨੂੰ ਪਸੰਦ ਨਹੀਂ ਕਰਨਗੇ। ਇਹ ਸਿਰਫ ਆਪਣੀਆਂ ਕੁਰਸੀਆਂ ਜਦੋਂ ਮਰਜ਼ੀ ਆਪਣੀ ਪਾਰਟੀ ਛੱਡ ਆਉਂਦੇ ਆ, ਜਦੋਂ ਮਰਜ਼ੀ ਤਾਂ ਹੁਣ ਇਹਨਾਂ ਨੂੰ ਕਹਿੰਦੇ ਕਿ ਢੀਂਡਸਾ ਪਰਿਵਾਰ ਨੂੰ ਸੁਨਾਮ ਦੇ ਭਗੌੜੇ ਆ, ਇਹ ਕਿਉਂ ਛੱਡ ਕੇ ਆਏ? ਸੋ ਜਵਾਬ ਦੇਣ, ਸੁਨਾਮ ਕਿਉਂ ਛੱਡ ਕੇ ਆਏ ਨੇ? ਪਾਰਟੀ ਛੱਡ ਦਿਓ, ਹਲਕਾ ਛੱਡ ਦਿਓ। ਤਾਂ ਹੁਣ ਆਪਣਾ ਆਪਦੀ ਜਿਹੜੀ ਪਾਰਟੀ ਅਕਾਲੀ ਦਲ ਦੀ ਛੱਡੀ ਹੈ, ਹੁਣ ਇਹਦੇ ਵਿੱਚੋਂ ਵੀ ਕਿਸਾਨੀ ਅੰਦੋਲਨ ਦੀ ਪਿੱਠੇ ਛੁਰਾ ਮਾਰ ਕੇ ਬੀਜੇਪੀ ਨੇ ਹੱਥ ਮਿਲਾਏ ਹੈ, ਜਿਹਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ। ਇਦੋਂ ਮੈਂ ਕਹਿੰਦਾ ਨਿੰਦਣਯੋਗ ਤੇ ਮਾੜਾ ਪ੍ਰਤੱਖ ਸਬੂਤ ਜਿਹਨੂੰ ਕਹਿੰਦੇ ਆ, ਸਬੂਤ ਨਾਲ ਕਿ ਆਪਣੀ ਲਾਲਸਾ ਵਾਸਤੇ ਇੱਕ ਲੋਕ ਕੁਝ ਵੀ ਕਰ ਸਕਦੇ ਨੇ। ਆ ਰੈਲੀਆਂ ਕਰਦੇ ਫਿਰਦੇ ਆ, ਇਹਨਾਂ ਦਾ ਹੁਣ ਪੁਰਜ਼ੋਰ, ਕਿਉਂਕਿ ਸੰਯੁਕਤ ਅਕਾਲੀ ਦਲ ਬਣਾਇਆ, ਉਸ ਸੰਯੁਕਤ ਅਕਾਲੀ ਦਲ ਲਈ ਤਾਂ ਨਜ਼ਰ ਨਹੀਂ ਆਉਂਦਾ ਪੰਜਾਬ 'ਚ। ਚੁਣੀ ਨੇ ਪਾਰਟੀ ਬਣਾ ਲਈ ਜੀ ਆਪਣੀ। ਚਲੋ ਚੜੂਨੀ ਇੰਡੀਪੈਂਡੈਂਟ ਕੋਈ ਬੰਦਾ ਬਣਾਉਂਦਾ ਨਾ ਬਣਾਵੇ, ਜਿਹੜੇ ਸਿਆਸੀ ਜਿਹੜੇ ਆਪਣੇ ਨੂੰ ਘਾਹ ਕਹਾਉਂਦੇ ਨੇ, ਜਿਹੜੇ ਸਮਝਦੇ ਆ ਕਿ ਅਸੀਂ ਸਾਰਾ ਕੁਝ ਜਾਣਦੇ ਹਾਂ ਪਾਰਟੀਆਂ 'ਚ, ਉਹਨਾਂ ਲੋਕਾਂ ਦਾ ਕੁਛ ਨਾ ਕੁਛ ਮਨਸ਼ਾ ਹੋਰ ਹੁੰਦਾ ਹੈਗਾ। ਜਿਵੇਂ ਹੁਣ ਇਹਨਾਂ ਨੇ ਬਣਾਇਆ ਸਾਰਾ ਅਕਾਲੀ ਦਲ, ਪਹਿਲਾਂ ਤੋਂ ਖਤਮ ਕਰਤਾ ਜ਼ਿਲ੍ਹੇ 'ਚੋਂ ਆਪਦੇ ਬੇਟੇ ਦੀ ਸੀਟ ਬਚਾਉਣ ਲਈ। ਹੁਣ ਜਿਹੜਾ ਹੈਗਾ ਸੰਯੁਕਤ ਅਕਾਲੀ ਦਲ ਬਣਾ ਕੇ, ਤਾਂ ਕਿ ਅਸੀਂ ਲੋਕਾਂ ਨੂੰ ਫਿਰ ਧੋਖੇ 'ਚ ਰੱਖੀਏ ਕਿ ਸਾਡੇ ਨਾਲ ਤਾਂ ਬਹੁਤ ਹੈ। ਸਾਰੇ ਜ਼ਿਲ੍ਹੇ ਦਾ ਸੰਯੁਕਤ ਅਕਾਲੀ ਦਲ ਦੇ ਵਰਕਰਾਂ ਨੂੰ ਜਿੱਥੇ ਇਕੱਠ ਕਰਦੇ ਬੁਲਾ ਲੈਂਦੇ ਆ, ਇਹ ਦਿਖਾਉਣ ਵਾਸਤੇ ਕਿ ਸਾਡੇ ਨਾਲ ਤਾਂ ਬਹੁਤ ਆਇਆ ਹੋਇਆ। ਜਦ ਕਿ ਇਹਨਾਂ ਨੂੰ ਦੀਵਾਰ ਤੇ ਲਿਖਿਆ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੀ ਹੈਗੀ ਹੈ ਨਾ, ਉਹ ਜਿਹਨੂੰ ਕਹਿੰਦੇ ਆ ਲੱਕੜ ਦੀ ਆਂਟੀ ਬਾਰ-ਬਾਰ ਨਹੀਂ ਚੜ੍ਹਦੀ। ਇੱਕ ਹੀ ਲੋਕ ਇਹਨਾਂ ਨੂੰ ਮੋੜਵਾਂ ਜਵਾਬ, ਇੱਕ ਤਾਂ ਆਹ ਗੁੱਸਾ ਜਿਹੜਾ ਬੀਜੇਪੀ ਨੇ ਹੱਥ ਮਿਲਾਇਆ ਇਹ, ਦੂਜਾ ਇਹਨਾਂ ਨੇ ਆਪਦੀਆਂ ਸਾਰਿਆਂ ਥਾਵਾਂ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਵੱਖੋ ਵੱਖਰੇ ਤਰੀਕੇ ਨਾਲ, ਉਦੋਂ ਕਹਿੰਦਾ ਸੀ ਪਰਮਿੰਦਰ ਢੀਂਡਸਾ ਮੈਂ ਤਾਂ ਇਲੈਕਸ਼ਨ ਲੜਿਆ ਲਹਿਰੇ ਤੋਂ, ਮੈਨੂੰ ਪਾਰਟੀ ਦਾ ਸੁਖਬੀਰ ਸਿੰਘ ਬਾਦਲ ਸਾਡੇ ਪ੍ਰਧਾਨ ਨੇ ਹੁਕਮ ਕੀਤਾ ਸੀ। ਅੱਜ ਤਾਂ ਸੁਖਬੀਰ ਸਿੰਘ ਬਾਦਲ ਹੈ ਨਹੀਂਗਾ, ਅੱਜ ਕਿਹਦੇ ਹੁਕਮ ਤੇ ਆਏ ਇੱਥੇ? ਅੱਜ ਜਾਣਾ ਉਹਦੇ ਘਰ ਵਾਪਸੀ ਕਰਨ, ਕਿਉਂ ਨਹੀਂ ਜਾਂਦੇ ਸੁਨਾਮ ਦੇ ਵਿੱਚ? ਜੇ ਇੰਨੇ ਚੰਗੇ ਕੰਮ ਕਰਨ ਵਾਲੇ ਹੈ, ਆਪਦਾ ਘਰ ਛੱਡ ਕੇ ਜਿਹੜਾ ਬੰਦਾ ਭੱਜਿਆ, ਆਪਦਿਆਂ ਦਾ ਨਹੀਂ ਬਣਿਆ, ਉਹ ਸਾਡੇ ਲਹਿਰੇ ਦੇ ਬਣ ਜਾਣਗੇ। ਇਹ ਵਕਤੀ ਡੱਡੂ ਹੁੰਦੇ ਨੇ, ਆਉਂਦੇ ਆ ਤੇ ਚਲੇ ਜਾਂਦੇ ਆ, ਇਹਨਾਂ ਦੇ ਪੱਲੇ ਕੱਖ ਨਹੀਂ ਪੈਣਾ।